ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਏ। ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਧੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 17 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 18ਵੀਂ ਪੌੜੀ ਦੇ ਨਾਲ ਜੋ ਸ਼ਲੋਕ ਦਰਜ ਨੇ ਉਹਨਾਂ ਦੀ ਵਿਚਾਰ ਆਰੰਭ ਕਰਾਂਗੇ। 18ਵੀਂ ਪੌੜੀ ਦੇ ਨਾਲ 3 ਸ਼ਲੋਕ ਦਰਜ ਨੇ। ਤਿੰਨੇ ਸ਼ਲੋਕ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਜਿਹੜੇ ਇਹ 3 ਸ਼ਲੋਕ ਨੇ ਇਹਨਾਂ ਦਾ ਪ੍ਰਕਰਨ ਇੱਕੋ ਹੀ ਹੈ, ਉਹ ਹੈ ਸੂਤਕ ਤੇ ਪਾਤਕ। ਅੱਜ ਤੱਕ ਹਿੰਦੂ ਧਰਮ ਦੇ ਵਿੱਚ ਇਹ ਸੂਤਕ ਤੇ ਪਾਤਕ ਦਾ ਬਹੁਤ ਜ਼ਿਆਦਾ ਵਹਿਮ ਕੀਤਾ ਗਿਆ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ 3 ਸ਼ਲੋਕਾਂ ਦੇ ਵਿੱਚ ਸਿੱਖ ਨੂੰ ਸੂਤਕ ਤੇ ਪਾਤਕ ਦੇ ਵਹਿਮ ਤੋਂ ਬਾਹਰ ਕੱਢ ਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜ ਦਿੱਤਾ। ਦੇਖੋ ਸ਼ਲੋਕ ਤਿੰਨੇ ਆਪਾਂ ਸੂਤਕ ਵਾਲੇ ਵੇਖਾਂਗੇ। ਅੱਜ ਵੀ ਵਾਚਿਆ ਕਿ ਜੇਕਰ ਸੂਤਕ ਮੰਨੀਐ, ਇਹਦਾ ਪਾਠ ਕੀਤਾ ਹੈ। ਤੇ ਜਿਹੜੀ ਪੌੜੀ ਹੈ, ਕਮਾਲ ਦੀ ਗੱਲ ਹੈ। ਪੌੜੀ ਹੈ ਜੀ, ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਪੌੜੀ ਦੇ ਵਿੱਚ ਗੁਰੂ ਦੀ ਸਲੋਤਾ ਹੈ। ਜਿਹੜੀ ਪੌੜੀ ਦੀ ਵਿਆਖਿਆ ਕਰਦੇ ਸ਼ਲੋਕ ਨੇ ਇਹਨਾਂ ਦੇ ਵਿੱਚ ਸੂਤਕ ਦੀ ਗੱਲ ਹੈ। ਹੁਣ ਇੱਕ ਪਾਸੇ ਗੁਰੂ ਹੈ, ਇੱਕ ਪਾਸੇ ਸੂਤਕ ਹੈ, ਇਹ ਫਿੱਟ ਨਹੀਂ ਜਾਪਦੀ। ਪਰ ਮੈਂ ਇੱਥੇ ਬੇਨਤੀ ਕਰ ਦੇਵਾਂ, ਆਪਾਂ ਚਲੋ ਪੌੜੀ 'ਚ ਸਾਂਝਾ ਕਰਾਂਗੇ, ਕਿਉਂਕਿ ਅੱਜ ਭਾਵ ਪਹਿਲਾਂ ਅਰਜ਼ ਕਰ ਦੇਵਾਂ। ਪੌੜੀ ਦਾ ਭਾਵ ਹੈ ਕਿ ਤੂੰ ਗੁਰੂ ਨੂੰ ਵੱਡਾ ਕਰਕੇ ਸਲਾਹ, ਜਿਹਦੇ ਵਿੱਚ ਬਹੁਤ ਵਡਿਆਈਆਂ ਨੇ। ਕਿਹੜੀਆਂ ਵਡਿਆਈਆਂ? ਕਹਿਣ ਲੱਗੇ ਜਿਨ੍ਹੇ ਤੈਨੂੰ ਸੂਤਕ ਪਾਤਕ ਵਰਗੇ ਕੂੜ ਦੇ ਵਿੱਚੋਂ ਕੱਢ ਕੇ ਤੇ ਜਿਹੜੀ ਸੀ ਉਹ ਬੜੀ ਸੋਹਣੀ ਜ਼ਿੰਦਗੀ ਪੇਸ਼ ਕਰ ਦਿੱਤੀ। ਇਹੋ ਜਿਹੇ ਦਾਤੇ ਦੀਆਂ ਵਡਿਆਈਆਂ ਜਿਹੜਾ ਅਸੀਂ ਖੁੱਲ੍ਹ ਕੇ ਕਰਿਆ ਕਰ, ਰੀਝ ਦੇ ਨਾਲ ਕਰਿਆ ਕਰ। ਇਹ ਚਲੋ ਆਪਾਂ ਪੌੜੀ ਦੇ ਵਿੱਚ ਵੇਖਾਂਗੇ। ਅੱਜ ਸੂਤਕ ਦੀ ਗੱਲ ਸਤਿਗੁਰੂ ਸਮਝਾ ਰਹੇ ਨੇ ਹਿੰਦੂ ਮਤ ਦੇ ਮੁਤਾਬਕ। ਪਹਿਲਾਂ ਮੈਂ ਥੋੜ੍ਹਾ ਜਿਹਾ ਇਹਨਾਂ ਦਾ ਸੂਤਕ ਦੱਸ ਦੇਣਾ, ਫਿਰ ਇਹਦੇ ਬਾਰੇ ਸਾਡੀ ਰਹਿਤ ਮਰਿਆਦਾ ਕੀ ਕਹਿੰਦੀ ਉਹ ਆਪਾਂ ਵੇਖ ਲੈਂਦੇ ਹਾਂ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਸ਼ਲੋਕ 'ਚ ਕੀ ਬਖਸ਼ਿਸ਼ ਕਰਦੇ ਨੇ। ਇਹ 3 ਪੜਾਅ ਨੇ ਸਾਡੇ ਕੋਲ। ਪਹਿਲੀ ਗੱਲ, ਸੂਤਕ ਦੇ ਪ੍ਰਥਾਏ ਹਿੰਦੂ ਮਤ ਇਹ ਗੱਲ ਆਖਦੀ ਹੈ, ਇਹਦੇ ਜਿਹੜੇ ਅਰਥ ਨੇ ਸੂਤਕ ਦੇ ਭਾਈ ਕਾਹਨ ਸਿੰਘ ਨਾਭਾ ਹੋਣਾ ਜੀ ਨੇ ਬੜੇ ਸੋਹਣੇ ਕੀਤੇ। ਕਹਿਣ ਲੱਗੇ ਜਦੋਂ ਪ੍ਰਸੂਤ ਦਾ ਸਮਾਂ ਚੱਲਦਾ ਹੈ, ਭਾਵ ਕਿਸੇ ਘਰ ਦੇ ਵਿੱਚ ਜਨਮ ਹੁੰਦਾ ਹੈ, ਕਿਸੇ ਘਰ 'ਚ ਧੀ ਪੈਦਾ ਹੋਈ, ਪੁੱਤ ਪੈਦਾ ਹੋਇਆ, ਉਸ ਜਨਮ ਤੋਂ ਲੈ ਕੇ ਕੁਝ ਦਿਨਾਂ ਤੱਕ ਦੇ ਘਰ ਦੇ ਵਿੱਚ ਜਿਹੜਾ ਮਾਹੌਲ ਚੱਲਦਾ ਪਿਆ ਹੈ, ਉਸ ਮਾਹੌਲ ਨੂੰ, ਉਸ ਪ੍ਰਕਿਰਿਆ ਨੂੰ ਸੂਤਕ ਦਾ ਨਾਮ ਦਿੱਤਾ ਜਾਂਦਾ ਹੈ। ਇਸ ਸੂਤਕ ਦੇ ਵਿੱਚ ਨਾ ਤੇ ਉਸ ਘਰ ਦੇ ਵਿੱਚ ਕੋਈ ਆਉਂਦਾ ਹੈ ਤੇ ਨਾ ਉੱਥੋਂ ਕੋਈ ਜਾਂਦਾ ਹੈ।
ना उस घर का दान लिया जाता है, ना उस घर का प्रशादा छकिया जाता है। ये मनौत की जाती है कि जिहड़ा इस घर दा विच उन्हां दिनां दे विच आवेगा उन्हों भी सूतक चंबड़ेगा। इस करके इन्हां दिनां दे विच घर दे विच जिहड़ा है वो किसी नूं आउण नहीं दिता जाता, ना ही लोग वहम करके आउंदे ने। ते जदों ये दिन पूरे हुंदे ने, हुण इत्थे 4 वर्ण ने, इन्हां दे दिनां बारे आपां समझ लईए। सब तो पहला ब्राह्मण, ये शास्त्र इन्हां दे ये गल लिखदे ने कि ब्राह्मण दे घर दे विच जिहड़ा सूतक है वो 11 दिनां दा है। दूसरे नंबर ते है खत्तरी, खत्तरी दे घर दे विच सूतक जिहड़ा वो 13 दिनां दा है। अगे है वैश्य, वैश्य दे घर दे विच जिहड़ा सूतक है वो 17 दिनां दा है। अगे है शूदर, शूदर दे घर दे विच जिहड़ा सूतक है वो 30 दिनां दा है। इहदे नाल एक शब्द जुड़दा है जी पातक। पातक का संबंध मौत के नाल है। जो किसी घर दे विच मौत हो जाती है ये कह दिता जाता है कि इत्थे पातक वरत गया। हुण पातक दे भी दिन ने। ब्राह्मण के घर दे विच पातक 10 दिनां दा है। खत्तरी के घर दे विच जिहड़ा ये पातक है ये 12 दिनां दा है। वैश्य के घर दे विच जिहड़ा पातक है ये 15 दिनां दा है। ते जिहड़ा शूदर है इहदे घर दे विच पातक 30 दिनां दा है। ये इस तरीके दे नाल दिन चलते हैं। जो आपां चलो अज सूतक की गल करनी है, सतगुरु जी सानू जे अज इस सलोक च समझा रहे हैं, असीं पहलां उन्हां दी मनौत देखीए। हुण जदों सूतक जांदा सी, घर च जन्म होया जां मौत होई, सूतक पातक आ गया, जो दिन पूरे हुंदे सन उदों ये ब्राह्मण नूं सद्दिया जाना, उन्हें अपनी मर्यादा निभाउणी, गऊ मूत्र लियाउणा, मंत्र पढ़ने, होर कई कुछ कर करा के ते कहना जी लो जी सूतक लथ गया। इस तरीके दे नाल ये सूतक उतारिया जांदा सी। उन्ने दिन बीबी नूं अशुद्ध मन्निया जाता सी। चलो ये पिछे जिक्र भी आया सी, ज्यों जोरू सिर नहावनी। उन्ने दिन उस घर दे विचों ना कुछ खाधा जाता सी किसी द्वारा, ब्राह्मण द्वारा खास करके, ना कुछ दान दक्षिणा लई जाती है। मुक दी गल कि उन्ने दिन जिहड़ा सूतक वाला घर अपवित्र मन्निया जाता है भी ये जिहड़ा घर है ये चंगा नहीं हैगा। हुण इस चीज़ नूं साडे सिख धर्म दे विच भी बड़ा है। ठीक है आपां अर्थ करके चले जावांगे, पर एक गल याद रखियो, साडे घरां दे विच भी वहम है। अज साडे घरां दे विच भी सूतक है। जो मैं सलोक वाच रहा सा मेरे मन च आया, असी भी तो कहने कि घर दे विच कोई 10 दिन, कोई असी सीधा हिसाब रखे जी 1.25 महीना है ना। जिहड़ा ब्राह्मण है वो 11 दिनों का रखता है। यदा मतलब आपां ते अपने आप को आप ही शूदर च लैके, शूदर का 30 दिनों का सूतक है। तो साडे बाबे सुख नाल 1.25 महीना कराउंदे ने। कोई भी परिवार च देख लियो बच्चा हुंदा है किते उरे परे नहीं खड़िया जांदा, क्यों कहंदे जी 1.25 महीना करना। क्यों 1.25 महीना करना? मगर सूतक खलोता होया है। जो 1.25 महीना हुंदा है उदों ब्राह्मण आउंदा सी। अज साडे घर दे विच बाबा जी आउंदे ने, वो ग्रंथी सिंह आउंदा है, आण के जपजी साहिब का पाठ किया जाता है। पाठ करन तो उपरंत एक बाटे दे विच थोड़े जे पतासे घोल के जपजी साहिब का पाठ करके ते अमृत तैयार किया जाता है। माँ ते बच्चे नूं छकाया जाता, अरदास की जाती, इहदा सूतक लथ गया। उहदे लई असीं शब्द सूतक नहीं वरतदे, उहदे लई 2 शब्द वरते जाते हैं। पुराने शब्द वरतदे सन जी सुच्चियां करना, बीबी नूं सुच्चियां करके आए हैं। अज शब्द वरत दिता जाता नहीं जी अमृत छकाउणा है। मैं ये प्रथाए हुण थोड़ियां जिहियां बेनतियां करनियां ने। अमृत किदों छकाउणा है ते साडी रहत, ये साडी मनौत जिहड़ी मैं दसी ये मनौत है, इनू गुरमत प्रवान नहीं करती। हुण गुरमत रहत मर्यादा की कहती है? सिख रहत मर्यादा दे विच 2 तरह की रह नहीं है जी साडी। एक शख्सी है, एक पंथक है। शख्सी का अर्थ है तेरी निजी, पंथक का अर्थ है जी सारे पंथ के लिए बिल्कुल सेम है। निजी दे विच मेरा नितनेम आ जाएगा, मैं किन्ने बजे उठदा, मेरा अपना निजी मसला है। मैं 3 बाणियां पढ़दा, 5 बाणियां पढ़दा, सहज पाठ करदा नहीं करदा, ये मेरा निजी है। पंथक दे विच आ जाएगा जो भी गलबात, जो रूल बने ने सारे पंथ दे लई सेम ने। उहदे विच 4 संस्कार दिते ने, खास करके एक जन्म संस्कार, जन्म ते नाम संस्कार, एक विआह संस्कार, एक अमृत संस्कार ते एक जिहड़ा मृतक अंतिम संस्कार। ये 4 संस्कार ने। फिर रिपीट कर देवां, जन्म अते नाम संस्कार ये एक है, विआह संस्कार ये दूजा है, उस तो बाद ये विआह तो बाद जिहड़ा अमृत संस्कार है ये है तीसरा, उस तो बाद जिहड़ा है चौथे नंबर ते रहत मर्यादा ने जिहड़ा है वो रखिया जी साडा अंतिम संस्कार। इन्हां 4 संस्कारां दे विच दस्सिया तू जीवन दे विच जदों ये मर्यादा निभाउणी है, तेरे घर 'च बच्चे का जन्म होवे, उहदा नाम रखना, मर्यादा की है? गुरु तो पुछ।
तू अमृत छकना, ओदी मर्यादा की, ये अमृत संस्कार दूजे नंबर ते है। ये मर्यादा गुरु तो पुछ जिहड़ी आनंदपुर साहिब वापरी सी, वो मर्यादा दे नाल अमृत तैयार किया जाना है। तेरे घर दे विच विआह, विआह की मर्यादा की है, गुरु तो पुछ। तू चढ़ाई कर जाना, पातक वर्त दा मर्यादा की है, गुरु तो पुछ। ये साडियां कुछ मर्यादा ने। हुण जदों जन्म की गल चलदी है, अज चलो मैं की शब्द वरतां कि अज जदों भी जन्म हुंदा है, सब तो वध जिहड़ा है वो सर्जरी हुंदी है, ऑपरेट दे नाल बच्चे पैदा हो रहे हैं अज। उस च साडियां अपनियां निजी कमजोरियां ने, मैं इस पासे नूं नहीं जाना। जदों बच्चा पैदा हुंदा है, जां धी जां पुत्तर पैदा हुंदा है, ये सुभावक है कि कई वारी जिहड़ा ऑपरेट ज़्यादा वड्डा हो जाता तो टांके भी लाने पैंदे ने स्किन के उत्ते। उन्हां दिनां दे विच बीबी दे कोलों, उस बच्ची दे कोलों जिन्हें बच्चे नूं जन्म दिता है, वो उठ बैठ नहीं सकती, वो अपने शरीर की क्रिया नहीं सोध सकती। ये रहत मर्यादा ये गल कहिंदी है कि जदों बच्चे नूं जन्म देण तो बाद धी भैन जिहड़ी तुरन फिरन लग पवे, जदों वो तुरदी फिरदी है, तुरन फिरन लग पवे, उदों उहनूं ते बच्चे नूं गुरद्वारा साहिब खड़िया जावे। गुरद्वारा साहिब जाके सतगुर साचे दिया भेज इत आदਿਕ शब्द पढ़े जान, अरदासा सोधिया जावे, अरदासा सोध के सतगुरां अरदास दे विच धन्नवाद कीता जावे, दाता जी तुहाडा शुक्र है तुसीं साडे घर दे विच इह दात बख्शी है, धी जां पुत्तर दी जो भी आया है। उस तो बाद हुक्मनामा लिया जावे, हुक्मनामे का जिहड़ा पहला अखर आउंदा उहदे ते बच्चे का नाम रखिया जावे, फिर नाम का अरदासा सोधिया जावे। आ साडी मर्यादा है। पर ये बिल्कुल उल्ट हुंदा, जिहड़ी अमृत छकाउण की गल है, जदों असीं एक शब्द वरतें जी गुड़ती देना, जो गुड़ती दी जाती है ना बच्चे नूं, बच्चे का जन्म होंदा है, कोई भी घर चों होंदा है मैंबर, वो थोड़ा जिहा मिठा ला के दे दिंदा है बच्चे के मूँह नूं, ये गुड़ती हो गई। डॉक्टर इस गल नूं परवाह नहीं करते, डॉक्टर कहंदे बच्चे नूं माँ का दुध ही पहलां पिआया जावे, उहिओ गुड़ती है। पर गुरमत गुड़ती दे विच साडे गुरमुख प्यारे कहंदे हुंदे ने, कहण लगे कि गुड़ती देनी, उत्थे की मर्यादा है। हॉस्पिटल 'च बच्चा, जिथे भी बच्चा हुंदा है उत्थे जाया जावे, सरब लोह दा बाटा ते एक साडे गल पाई हुई श्री साहिब, श्री साहिब दे नाल जिहड़ा है वो कुछ 2-4 पतासे लैके उस जल दे बाटे दे विच जल पा के घोल लए जाण, जपजी साहिब दा पाठ करके अरदास सोध के उस श्री साहिब दे नाल 2-4 बूंदा, 1-2 बूंदा बच्चे दे मुख दे विच पाईयां जाण, बाकी जिहड़ा अमृत तैयार है वो मां नूं छका दिता जावे। ये गुरमत दी गुरती है। ये मैनूं ये आपां ये गुरमत दी गुरती, पर मैनूं तुसीं दसो ये किहदे घर च चलदी है? किसे घर दे विच नहीं चलदी। असीं बहुत दूर हो गए गुरमुखो गुरबाणी तो, गुरमत के सिद्धांत दे उत्तों। सतगुरां ने जिहड़ी सानूं दात दित्ती सी वो ये गल्लां दे नाल बड़ा सहज जिहा तरीका सी। रहत मर्यादा कहिंदी जदों बच्ची तुरन लग पैंदी है, अपनी शरीर क्रिया सोध जावे, वो गुरु घर दे विच जावे। असीं तां इन्ने ज़्यादा वहम भरम दे विच फस गए कि उत्थे गुरुद्वारे जाना की है, जदों बच्चे हॉस्पिटल च कोई इहो जिहा ये खुशी का माहौल आउंदा ते असीं ते उत्थे बाणी पढ़नी छड्ड दिंदे आ कि ये किते सूतक ना आ जाए। याद रखियो बाणी ने सूतक उतारना है, सूतक नाम का सतगुरु अगे जाके बख्शिश करनगे कि सभो सूतक भरम है, ये केवल तो केवल भरम है। मैं बेनती करके अपनी गल वल आवां, विषय वल आवां। याद रखियो जदों भी धी जां पुत्त नूं जन्म दिता जाता है, ऑपरेट तो बाद ठीक है, कई बार कुछ दिन हॉस्पिटल रहना पैंदा है, नॉर्मल डिलीवरी होवे तो उस वेले घर आ जा जाता है। इशनान किया माँ ने जां नहीं किया, पर कभी भी माँ जिहड़ी वो नितनेम ना छड्डे। इनू गुरमत ने बिल्कुल प्रवान किया कि नितनेम जरूरी करना है। जे वो नहीं नहा धो सकती तो कोई गल नहीं, हाथ साफ करके उत्थे उहदे गुटके का इंतजाम कर दिता जाए। अज तो गुटके दी भी चलो कई बार नहीं इंतजाम, तो मोबाइलों से बड़ा सौखा है सानू नितनेम करना। याद रखियो जदों भी किसी बच्चे नूं असीं जन्म दिंदे आ, उहदा उत्थे माँ कदी नितनेम ना छड्डे, बाणी ना छड्डे। बाणी सगों वध पढ़नी चाहिए, सतगुरां ने दात दित्ती है, घर दे विच परमात्मा ने बख्शिश की है। सो ये साडी रहत मर्यादा इहदे बारे आखदी है। हुण इत्थे ये गल कही जाती है, मैं श्लोक वल आवां। 3 चीज़ां मैं तुहाडे सामने कह दित्तियां। एक जिहड़ा जो ये हिंदू मत कहिंदी सी सूतक बारे, उन्हां दा ये मनना है। वो हिंदू मत तो बाद आण के अगे जदों असीं आउणे आ तो गुरमत की रहनी की आखदी है, वो मैं तुहाडे नाल सांझी कर दित्ती। अगे सतगुरु अज श्लोक दे विच बख्शिश करदे ने, कहण लगे कि जे भलिया तेरे कहण दे मुताबक मैं सूतक नूं मन लवां। सतगुरु कहंदे तूं कहना कि सूतक नाम की चीज़ है। सतगुरु कह लगे जे ये गल प्रवान कर लई जावे कि सूतक है, तो एक गल याद रखी, कल्ला जन्म ते मरण दे नाल सूतक नहीं, सूतक कन कन दे विच जरे जरे दे विच हो रहा है।
सो ये सतगुरु जी अज बख्शिश करते हैं। ये सलोक सतगुरां दा दर्ज है जी। सलोक महला पहला, ये 18वीं पौड़ी का जिहड़ा पहला सलोक है, ये गुरु नानक साहब महाराज जी के मुखार बिंद तो उचारण किया होया पहला सलोक है। सतगुरु कह लगे जे कर सूतक मनी है, कह लगे जे सूतक नूं मन लिया जावे, ਇਹਦਾ अर्थ ये नहीं करना कि सतगुਰਾਂ ने सूतक मन लिया। सतगुरु कहते जे मनी है, जे एक मिनट तेरी ये भलिया गल मैं मन भी लवां भी सूतक है। देखो सतगुरु बाद दलील गल करते हैं, कह लगे जे कर सूतक मनी है, कहते जे तेरी गल नूं मन लिया जावे सूतक है, तो एक गल याद रखी सब तय सूतक होए। ਇਹਦਾ पाठ तय नहीं करना, तय करांगे तय का अर्थ हो जाएगा अतः, ਜਾਂ तय का अर्थ हो जाएगा तू। ਇਹਦਾ पाठ करांगे तय, तय का अर्थ है जी थां, इत्थे थां करांगे, तय का अर्थ तू भी आया अते भी आया है, इत्थे थां करांगे सब तय सूतक होए। सतगुरु कहणगे जे तेरी गल मन लईए सूतक नाम की कोई बला है, कोई चीज़ है, तो याद रखी सूतक हर थां दे उत्ते प्रबल है। ये नहीं कि एक थां ते है जां दूजी थां ते नहीं। सतगुरु कह लगे जे कर सूतक मनी है सब तय सूतक होए। कित्थे सूतक है जी? कह लगे गोहे अतै, अते पाठ नहीं, गुरु ग्रंथ साहिब दे विच अते किते नहीं आया, दुलावां आईयां ने। अतै गोहे, गोहे नहीं, दलान ही ला लगी हुई है। गोहे अतै लकड़ी, कहंदे जेड़े तू चुल्हे दे विच गोहे बालदा है ना, तो ਜਿਹੜੀਆਂ तू लकड़ा बालन बालदा है, अंदर कीड़ा होए, इन्हां दे अंदर भी ਜਿਹੜੇ सूक्ष्म कीड़े ते ਜਿਹੜੇ ਉਹ जन्म लै ਜਾਂਦੇ ਨੇ। मैं एक दो इत्थे बेनती कर देवां गुरमुखो, जे तुसीं सूतक दा वहम करोगे ना, सतगुरु जी इत्थे बाद गल कर रहे हैं, कहंदे किहदे वल सूतक वल जाओगे, किन्नियां क गल्लां नूं तुसीं डक्कण दा यतन करोगे। सब तो पहलां कहंदे जे तुसीं जिथे खाना बनाया जाता है, ये पहलां की हुंदा सी जी, जिहड़ा ब्राह्मण सी ना, वो लकड़ नूं धो के जिहड़ा सी बालदा हुंदा सी। तुसीं लकड़ नूं बाहरों धोलोगे, सिਉਂਕ ते अंदर लगदी है, घुण जिहड़ा है वो लकड़ दे अंदर लगदा है, उहनूं किद्दां धो के बाहर कड्डांगे। उस तो बाद जिथे घीरे हुंदे ने, घीरा पुराना शब्द है साडा पाथियां दा, पाथियां दा घीरा हुंदा सी, उहदे विच भी कई वारी कई किरम वड़ जांदे सन। गोहे दे विच करे अज भी साडे पिंडां दे विच पाथियां हुंदियां ने, जदों पाथी भन्नी दी है, तोड़ी दी है, उहदे विचों कई कुछ निकलदा है। सतगुरु कहंदे जे जन्म लैण दे नाल सूतक है, मरण दे नाल पातक है, जन्म ते मरण वेले घर अपवित्र हो जाता है, तो तू तो भुखा मर जाएगा, कुछ खावे ना। सब तो पहला खाण वास्ते अग बाली जाती है। हुण गोहे दे विच पए होए गोहे दे पाथियां असीं पत्थियां सुक गईयां, उस सुकन दे प्रोसैस दे विच कई जीव पैदा हो गए, तो कई मर गए, कईयां दा सूतक हो गया। कह लगे जो तू अग बाली उन्होंने गोहे नूं जिहड़ा सी चुल्हे विच डाया, वो मर गया, नाल ही पातक हो गया, तेरी ते रसोई पिट्टी गई। गोहे अतै लकड़ी, लकड़ी का अर्थ मैं कीता सी कि लकड़ां दे विच घुण लगा होया है, सिਉਂਕ लगी हुई है। सतगुरु कह लगे उहदे अंदर भी अंदर कीड़ा होए, कह लगे उहदे गोहे दे विच लकड़ दे विच भी कीड़े पए होए ने, इत्थे बस नहीं। हुण उहदे उत्ते तू प्रशादा पकाउणा है, सब्जी भाजी तैयार करदा। सतगुरु कह लगे जेते दाणे अन्न के, जिन्ने भी अन्न दे दाणे ने, अनाज है वो कणक के रूप दे विच है, चनियां दे रूप दे विच है, सब्जी भाजी दे रूप दे विच है। सतगुरु कह लगे जियां बाजना कोई, कहंदे कोई भी वस्तु पकाउण वाली इहो जी नहीं जिहदे विच जीव तत्त ना पैदा होवे। मैं इत्थे बेनती करां, असीं प्रशादा छकदे आ, चलो अगे शब्द आउणा है पहला पानी जियो है, पानी पीने आ, भोजन छकिया जाता है। याद रखियो ओह भोजन ही सानू एनर्जी दिंदा है, जिहदे विच पैदा करन दी ताकत मौजूद है, जिहदे विच आप जीवन वो सानू जीवन देवेगा। जिहदे विच जीवन कोई नहीं, वो सानू जीवन कित्थों देगा। मैं एक दो उदाहरण दे देना। असीं चलो पिंडां वाले कणक बीजते हैं, कणक बीजी जाती है, कणक वढ़ के रख ली, सुका के रख ली, कह दिता कणक सुक गई है, पर जो बीजी जाती है, जो पूरी सुक गई हो तो फिर हरी कित्थों जे? वो छिलका बारी उहदा सुक्या होया, पर उहदे अंदर पैदा करन दी एनर्जी मौजूद है, ਉਹਦੇ ਵਿੱਚ ਜੀਵਨ ਹੈ। ਜਦੋਂ ਉਹਨੂੰ ਤੂੰ ਜ਼ਮੀਨ ਦੇ ਵਿੱਚ ਪਾਏਗਾ, ਪਈ ਹੋਈ ਭੜੋਲੇ ਦੇ ਵਿੱਚ ਕਣਕ ਵੀ ਜ਼ਮੀਨ 'ਚ ਜਾਣ ਦੇ ਨਾਲ ਤੈਨੂੰ ਜਿਹੜਾ ਅਨਾਜ ਪੈਦਾ ਕਰਕੇ ਦੇ ਦੇਗੀ। ਉਸੇ ਕਣਕ ਦਾ ਆਟਾ ਬਣਾ ਕੇ ਪ੍ਰਸ਼ਾਦਾ ਬਣਾ ਕੇ ਤੁਸੀਂ ਛਕ ਲਿਆ। ਜੇ ਕਣਕ ਦੇ ਵਿੱਚ ਯਾਦ ਰੱਖਿਓ ਜੀਵਨ ਨਾ ਹੋਵੇ ਤੇ ਸਾਨੂੰ એનર્ਜੀ ਕਦੀ ਨਾ ਮਿਲੇ। ਅਸੀਂ ਛੋਲੇ ਖਾਂਦੇ ਆ, ਕਈ ਵਾਰੀ ਕਹਿ ਦਿੱਤਾ ਜਾਂਦਾ ਜੀ ਛੋਲੇ ਤਾਂ ਭੁੰਨ ਗਏ, ਭੁੱਜੇ ਹੋਏ ਛੋਲੇ ਵੀ ਨਹੀਂ ਜੇ ਮਰਦੇ। ਜੇ ਮਰਦੇ ਹੋਣ ਤੇ ਸਾਨੂੰ ਵੇਸਣ ਤੋਂ ਬਾਅਦ ਜਾਂ ਭੁੱਜੇ ਛੋਲੇ ਤਾਕਤ ਕਿੱਦਾਂ ਦੇਣ। ਅੱਜ ਸਭ ਤੋਂ ਵੱਧ ਜਿਹੜੀ ਤਾਕਤ ਹੈ ਇਹ ਛੋਲਿਆਂ ਤੋਂ, ਘੋੜਿਆਂ ਦੀ ਖੁਰਾਕ ਹੀ ਛੋਲੇ ਹੈ।
कई पहलवान ਜਾਂ ਜਿਹੜੇ ਕਈ ਜਿਹੜੇ ਡੰਪ ਪਾਉਣ ਵਾਲੇ ਉਹ ਛੋਲੇ ਖਾਂਦੇ ਨੇ। ਸੋ ਮੇਰੇ ਕਹਿਣ ਦਾ ਭਾਵ ਸਤਿਗੁਰੂ ਕਹਿ ਲਗੇ ਜੇਤੇ ਦਾਣੇ ਅੰਨ ਕੇ, ਇੱਥੇ ਇੱਕ ਨਹੀਂ, ਜੇਤੇ ਦਾ ਅਰਥ ਬਹੁਵਚਨ ਕਰਕੇ ਜਿੰਨੇ ਵੀ ਅੰਨ ਦੇ ਦਾਣੇ ਨੇ, ਕਈ ਤਰ੍ਹਾਂ ਦੇ ਤੂੰ ਚੀਜ਼ਾਂ ਖਾਣਾ ਹੈ। ਅੱਜ ਸੁੱਖ ਨਾਲ ਜਿਹੜੇ ਸਾਡੇ ਨੌਜਵਾਨ ਜਿਮ 'ਚ ਜਾਂਦੇ ਨੇ ਨਾ, ਉਹਨਾਂ ਦੀ ਡਾਈਟ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਡਾਈਟਰ ਜਿਹੜੇ ਉਹ ਪਲੱਸ ਕਰਦੇ ਨੇ, ਉਹ ਹੈ ਪੁੰਗਰੀ ਹੋਈ ਦਾਲ। ਤੁਸੀਂ ਅੱਜ ਵੀ ਨੌਜਵਾਨਾਂ ਨੂੰ ਵੇਖੋ, ਇਹ ਤੇ ਰਿਵਾਜ ਬਣ ਗਿਆ ਪੁੰਗਰੀ ਦੀ ਦਾਲ ਦਾ। ਵਿਆਹਾਂ 'ਚ ਵੀ ਤੁਹਾਨੂੰ ਕਈ ਥਾਵਾਂ 'ਤੇ ਉਹਨਾਂ ਨੇ ਡਿਸਪਲੇ ਕੀਤੀ ਹੁੰਦੀ ਮਿਲੇਗੀ, ਪੁੰਗਰੀ ਹੋਈ ਦਾਲ ਮਿਲਦੀ ਹੈ। ਉਹ ਕੌਣ ਪੁੰਗਾ? ਆਪਾਂ ਹੀ ਕਰਦੇ ਹਾਂ। ਰਾਤ ਨੂੰ ਉਹਨੂੰ 24 ਘੰਟੇ ਪਹਿਲਾਂ ਭੇ ਕੇ ਤੇ ਟਾਕੀ ਦੇ ਵਿੱਚ ਬੰਨ੍ਹ ਕੇ ਤੇ ਭਿਉਂ ਕੇ ਰੱਖ ਦਿੱਤਾ। ਉਹਦਾ ਤੇ ਅਜੇ ਪੂਰਾ ਛਿਲਕਾ ਵੀ ਨਹੀਂ ਲੱਥਿਆ, ਉਹਦਾ ਤੇ ਅਜੇ ਪੂਰਾ ਜਨਮ ਵੀ ਨਹੀਂ ਹੋਇਆ, ਤੂੰ ਫਿਰ ਸਾਰੇ ਦਾ ਸਾਰਾ ਸੂਤਕ ਖਾ ਗਿਆ, ਸਾਰੇ ਉਹਦੇ ਬੱਚੇ ਖਾ ਗਿਆ। ਉਸ ਦਾਲ ਨੂੰ ਜ਼ਮੀਨ 'ਚ ਪਾਉਂਦਾ ਤੇ ਕਈ ਗੁਣਾ ਦਾਣੇ ਮਿਲਨੇ ਸਨ, ਪਰ ਤੂੰ ਤੇ ਫਿਰ ਸਾਰੇ ਉਹਨਾਂ ਦੇ ਬੱਚੇ ਖਾ ਗਿਆ, ਸੂਤਕ ਤੇਰੇ ਮੂੰਹ ਦੇ ਵਿੱਚ ਪੈ ਗਿਆ। ਅੱਜ ਪੁੰਗਰੀਆਂ ਦਾਲਾਂ ਖਾਧੀਆਂ ਜਾਂਦੀਆਂ ਨੇ। ਪ੍ਰਸ਼ਾਦਾ ਕਈ ਤਰ੍ਹਾਂ ਦਾ ਜਿਹੜਾ ਪਕਵਾਨ ਅਸੀਂ ਛਕਦੇ ਹਾਂ, ਸਤਿਗੁਰ ਕਹਿ ਲਗੇ ਜੇਤੇ ਦਾਣੇ ਅੰਨ ਕੇ, ਜਿੰਨੇ ਵੀ ਅੰਨ ਦੇ ਦਾਣੇ ਨੇ ਜੀਆਂ ਬਾਜ ਨਾ ਕੋਈ। ਕਹਿੰਦੇ ਕੋਈ ਵੀ ਇਹੋ ਜਿਹਾ ਅੰਨ ਦਾ ਦਾਣਾ ਨਹੀਂ ਜਿਹਦੇ ਵਿੱਚ ਤਾਕਤ ਨਾ ਹੋਵੇ, ਜਿਹਦੇ ਵਿੱਚ ਜੀਵ ਤੱਤ ਮੌਜੂਦ ਨਾ ਹੋਵੇ। ਫਰਕ ਇੰਨਾ ਕੁ ਹੈ ਕਿ ਜਿਹਨੂੰ ਜਿੰਨੀ ਪਰਮਾਤਮਾ ਚੇਤਨਾ ਬਖਸ਼ਦਾ ਹੈ, ਉਹ ਓਨਾ ਉਹਦੇ ਬਾਰੇ ਪਤਾ ਲੱਗਦਾ। ਮਸਕੀਨ ਜੀ ਬੜੀ ਸੋਹਣੀ ਗੱਲ ਲਿਖਦੇ ਨੇ। ਉਹ ਕਹਿੰਦੇ ਸਨ, ਕਹਿਣ ਲੱਗੇ ਮਨੁੱਖ ਨੀਂਦ ਦੇ ਵਿੱਚ ਹੈ, ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ, ਸਰੀਰ ਸੁੰਨ ਹੈ, ਉਹਨੂੰ ਤੁਸੀਂ ਮਾਰੋ ਵੀ, ਉਹ ਕੋਈ ਹਰਕਤ ਵੀ ਸਰੀਰ ਨੂੰ ਕਰੋ ਤੇ ਪਤਾ ਨਹੀਂ ਲੱਗਦਾ, ਦਰਦ ਨਹੀਂ ਹੁੰਦਾ, ਕਿਉਂਕਿ ਸੁੱਤਾ ਪਿਆ ਹੈ। ਜਦੋਂ ਪਰਮਾਤਮਾ ਨੇ 84 ਲੱਖ ਜੂਨਾਂ ਚਲੋ ਮੰਨਦੇ ਨਾ, ਉਹ ਪੈਦਾ ਕੀਤੀਆਂ ਨਾ, ਜਿਸ ਵੇਲੇ ਜਿਨ੍ਹਾਂ ਦੇ ਵਿੱਚ ਚੇਤਨਾ ਬਹੁਤ ਜ਼ਿਆਦਾ ਪ੍ਰਬਲ ਹੈ, ਜਿਹੜੇ ਪੂਰਨ ਤੌਰ 'ਤੇ ਜਾਗਦੇ ਨੇ, ਉਹਨਾਂ ਨੂੰ ਸੰਤ ਮਹਾਤਮਾ ਕਹਿ ਦਿੱਤਾ ਜਾਂਦਾ ਹੈ। ਉਹ ਪੂਰੇ ਜਾਗਦੇ ਨੇ, ਸੁਚੇਤ ਨੇ। ਜਾਗਦੇ ਬੰਦੇ ਨੂੰ ਦਰਦ ਹੁੰਦਾ ਹੈ, ਠੰਡ ਵੀ ਲੱਗਦੀ, ਸਾਰਾ ਕੁਝ ਲੱਗਦਾ ਹੈ। ਮਰੇ ਨੂੰ ਕੀ ਲੱਗਦਾ ਹੈ, ਮੁਰਦੇ ਨੂੰ ਕੀ ਲੱਗਦਾ, ਕੁਛ ਨਹੀਂ ਹੁੰਦਾ। ਮੈਂ ਜਦੋਂ ਇਹ ਗੱਲ ਪੜ੍ਹੀ ਨਾ, ਮੇਰੇ ਮਨ 'ਚ ਉਸੇ ਵੇਲੇ ਆ ਗਿਆ। ਇਸੇ ਕਰਕੇ ਸ਼ਾਇਦ ਬਾਣੀ ਦੇ ਵਿੱਚ ਇਹ ਲਿਖਿਆ ਸੀ ਕਿ ਬਾਬਾ ਦੇਖਿਆ ਧਿਆਨ ਧਰ, ਭਾਈ ਗੁਰਦਾਸ ਜੀ ਨੇ ਲਿਖਿਆ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੋਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਵਟਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਜਦੋਂ ਕੋਈ ਪੂਰਨ ਤੌਰ 'ਤੇ ਜਾਗ ਪਵੇ, ਉਹਨੂੰ ਦੁੱਖ ਵੀ ਲੱਗਦਾ ਹੈ, ਉਹਨੂੰ ਸੁੱਖ ਵੀ ਲੱਗਦਾ ਹੈ। ਜਿਹੜੇ ਭਗਤ ਸਨ ਉਹ ਦੂਸਰੇ ਦੇ ਦੁੱਖ ਨੂੰ ਹੀ ਆਪਣਾ ਦੁੱਖ ਸਮਝਦੇ ਨੇ, ਕਿਉਂਕਿ ਉਹ ਪੂਰਨ ਤੌਰ 'ਤੇ ਜਾਗਦੇ ਨੇ। ਜਿਹੜੇ ਬਿਲਕੁਲ ਸੁੱਤੇ ਹੋਏ ਨੇ, ਇਹਨਾਂ ਦੇ ਵਿੱਚ ਪੱਥਰ ਆ ਜਾਏਗਾ, ਸਾਨੂੰ ਲੱਗਦਾ ਪੱਥਰ 'ਚ ਜੀਵਨ ਨਹੀਂ, ਪਰ ਬਾਣੀ ਮੰਨਦੀ ਹੈ। ਬਾਣੀ ਕਹਿੰਦੀ ਹੈ ਪੱਥਰ ਦੇ ਵਿੱਚ ਜੀਵਨ ਹੈ। ਉਹ ਅਜੇ ਸੁੱਤੇ ਸੁਪਨ ਅਵਸਥਾ ਦੇ ਵਿੱਚ ਹੈ, ਸੁੱਤਾ ਹੈ ਪਰ ਜੀਵਨ ਮੌਜੂਦ ਹੈ। ਜਿਹੜਾ ਥੋੜ੍ਹਾ ਜਿਹਾ ਇਹ ਜਾਗ ਪਿਆ, ਬਨਸਪਤੀ ਆ ਗਈ। ਬਨਸਪਤੀ ਤੁਸੀਂ ਵੇਖੋ, ਉਹ ਵੀ ਸਾਡਾ ਪ੍ਰਭਾਵ ਕਬੂਲਦੀ ਜੇ। ਉਸ ਤੋਂ ਬਾਅਦ ਪਸ਼ੂ ਪੰਛੀ ਆ ਗਏ, ਉਹ ਵੀ ਸਾਡਾ ਪ੍ਰਭਾਵ ਕਬੂਲਦੇ ਜੇ। ਤੁਸੀਂ ਪਿਆਰ ਕਰੋਗੇ, ਪਿਆਰ ਕਰਦੇ ਨੇ, ਹਿੰਸਾ ਕਰੋਗੇ, ਹਿੰਸਾ ਕਰਦੇ ਨੇ। ਉਸ ਤੋਂ ਬਾਅਦ ਮਨੁੱਖ ਆ ਜਾਂਦਾ ਹੈ। ਸਾਡੀ ਥੋੜ੍ਹੀ ਜਿਹੀ ਚੇਤਨਾ ਵੱਧ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ। ਪਰ ਇੱਕ ਗੱਲ ਯਾਦ ਰੱਖਿਓ, ਕੋਈ ਵੀ ਕੁਦਰਤ ਦੇ ਵਿੱਚ ਇਹੋ ਜਿਹੀ ਚੀਜ਼ ਨਹੀਂ ਜਿਹਦੇ ਵਿੱਚ ਜੀਵ ਤੱਤ ਮੌਜੂਦ ਨਾ ਹੋਵੇ। ਹਾਂ, ਜਦੋਂ ਜੀਵ ਤੱਤ ਖਤਮ ਹੋ ਜਾਂਦਾ ਹੈ, ਉਦੋਂ ਉਹਨੂੰ ਅਸੀਂ ਡੈੱਡ ਕਹਿ ਦਿੰਦੇ ਹਾਂ। ਇਹ ਖਤਮ ਹੋ ਗਿਆ, ਇਹਦਾ ਹੁਣ ਕੋਈ ਸੰਬੰਧ ਨਹੀਂ ਰਹਿ ਗਿਆ, ਇਹ 'ਚ ਕੁਛ ਨਹੀਂ ਰਹਿ ਗਿਆ। ਮਰਿਆ ਹੋਇਆ ਚਲੋ ਇੱਕ ਹੋਰ ਉਦਾਹਰਨ, ਅਸੀਂ ਜਿਉਂਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਗਲੇ ਤੋਂ ਥੱਲੇ ਉਤਰ ਗਿਆ, ਪਾਣੀ ਪੀਤਾ ਥੱਲੇ ਉਤਰ ਗਿਆ, ਮਰੇ ਦੇ ਮੂੰਹ 'ਚ ਪਾਓ, ਮਰੇ ਦੇ ਮੂੰਹ 'ਚ ਪਾਣੀ ਪਾਇਆ ਜਾਂਦਾ, ਥੱਲੇ ਨਹੀਂ ਉਤਰਦਾ। ਕਿਉਂ ਨਹੀਂ ਉਤਰਦਾ? ਖਤਮ ਹੋ ਗਿਆ। ਜਦੋਂ ਸਿਸਟਮ ਸਾਰਾ ਖਤਮ ਹੋ ਗਿਆ, ਉਹਨੇ ਨਾ ਕੁਝ ਦੇਣਾ ਹੈ ਨਾ ਕੁਝ ਲੈਣਾ ਹੈ। ਜਿਹੜੇ ਦਾਣੇ ਦੇ ਵਿੱਚ ਐਨਰਜੀ ਨਾ ਰਹੀ, ਜਿਹਦੇ 'ਚੋਂ ਜੀਵ ਤੱਤ ਪੈਦਾ ਹੋ ਗਿਆ, ਉਹ ਤੁਹਾਨੂੰ ਜੀਵਨ ਨਹੀਂ ਦੇ ਸਕਦਾ। ਜੇ ਪਕਵਾਨ ਛਕ ਕੇ, ਦੁੱਧ ਪੀ ਕੇ, ਜੇ ਰੋਟੀ ਖਾ ਕੇ, ਜੂਸ ਪੀ ਕੇ ਤੁਹਾਨੂੰ ਐਨਰਜੀ ਮਿਲਦੀ ਪਈ, ਇਹਦਾ ਭਾਵ ਇਹ ਹੈ ਉਹਦੇ ਵਿੱਚ ਵੀ ਜੀਵ ਤੱਤ ਮੌਜੂਦ ਹੈ। ਅੱਜ ਤੇ ਖੁਰਦਬੀਨਾਂ ਜਿਹੜੀਆਂ ਨੇ, ਜਾਂ ਮਾਈਕਰੋਸਕੋਪ, ਜਾਂ ਕਈ ਤਰ੍ਹਾਂ ਦੀਆਂ ਸਕੋਪਾਂ ਜਿਹੜੀਆਂ, ਇਹਨਾਂ ਗੱਲਾਂ ਨੂੰ ਸਾਇੰਸ ਤੇ ਸਪਸ਼ਟ ਕਰਦੀ ਪਈ ਹੈ ਨਾ। ਇਹਨਾਂ ਚੀਜ਼ਾਂ ਦੇ ਵਿੱਚ ਕਿਰਮ ਨੇ, ਇਹਨਾਂ ਚੀਜ਼ਾਂ ਦੇ ਵਿੱਚ ਜੀਵ ਤੱਤ ਮੌਜੂਦ ਹੈ ਜਿਹੜੇ ਸਾਨੂੰ ਤਾਕਤ ਦਿੰਦੇ ਨੇ। ਸਤਿਗੁਰੂ ਕਹਿਣਗੇ ਜੇਤੇ ਦਾਣੇ ਅੰਨ ਕੇ, ਜਿੰਨੇ ਵੀ ਅੰਨ ਦੇ ਦਾਣੇ ਨੇ ਜੀਆਂ ਬਾਜ ਨਾ ਕੋਈ। ਕਹਿੰਦੇ ਜੀਵ ਤੋਂ ਬਿਨਾ ਕੋਈ ਨਹੀਂ, ਹਰੇਕ ਦੇ ਅੰਦਰ ਜੀਵ ਤੱਤ ਮੌਜੂਦ ਹੈ। ਪਹਿਲਾ ਪਾਣੀ ਜੀਓ ਹੈ, ਇਹਦਾ ਉਚਾਰਨ ਪਹਿਲਾਂ ਕਰਨਾ ਹੈ। ਇਹ ਦੋ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਵਿੱਚ। ਜਿਵੇਂ ਮਹੱਲਾ ਪਹਿਲਾ, ਉੱਥੇ ਬਿੰਦੀ ਨਹੀਂ ਲੱਗਣੀ। ਪਹਿਲਾ ਉਹ ਇਹ ਸੰਖਿਆਵਾਚਕ ਹੈ, ਸੰਖਿਆ ਦਾ ਪਹਿਲਾ, ਪਹਿਲੇ ਨੰਬਰ ਦੇ ਉੱਤੇ ਪਹਿਲਾ, ਦੂਜਾ, ਤੀਜਾ, ਉਹਦਾ ਉਚਾਰਨ ਹੋਏਗਾ ਪਹਿਲਾ। ਕਈ ਥਾਵਾਂ 'ਤੇ ਨਾ ਤੁਹਾਨੂੰ ਲਿਖਿਆ ਵੀ ਮਿਲੇਗਾ ਪੱਪਾ ਹਾਏ ਸਿਆਰੀ ਲੱਲੇ ਕੰਨਾ। ਇਹ ਸੰਕੇਤ ਦਿੱਤਾ ਹੈ ਬਾਣੀ ਦੇ ਵਿੱਚ। ਜਿਵੇਂ ਸ੍ਰੀ ਰਾਗ ਮਹੱਲਾ ਪਹਿਲਾ, ਇਹ ਗਿਣਤੀਵਾਚਕ ਵੀ ਹੈ, ਅੱਗੇ ਪੱਪਾ ਹਾਏ ਸਿਆਰੀ ਲੱਲੇ ਕੰਨਾ ਵੀ ਲਿਖਿਆ ਹੋਇਆ ਹੈ। ਉਹਦਾ ਉਚਾਰਨ ਹੈ ਪਹਿਲਾ। ਇਹ ਇੱਥੇ ਸ਼ਬਦ ਹੈ ਪਹਿਲਾਂ। ਇਹਦਾ ਪਹਿਲਾਂ ਦਾ ਅਰਥ ਹੈ ਸੰਖਿਆਵਾਚਕ ਨਹੀਂ ਕਰਾਂਗੇ, ਇਹਦਾ ਅਰਥ ਕਰਾਂਗੇ ਸਭ ਤੋਂ ਸਰਮੌਰ, ਸਭ ਤੋਂ ਅੱਗੇ,
सतगुरु ਇਹਦਾ ਜਿਹੜਾ ਉਚਾਰਨ ਉਹ ਨਾਸਕੀ ਹੋਏਗਾ। ਕਹਿਣ ਲੱਗੇ ਪਹਿਲਾਂ ਪਾਣੀ ਜੀਓ ਹੈ। ਕਹਿੰਦੇ ਪਾਣੀ ਇੱਥੇ ਜੀਓ ਗੁਰਬਾਣੀ ਦੇ ਵਿੱਚ ਸਤਿਕਾਰਵਾਚਕ ਵੀ ਆਇਆ ਜੇ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਉੱਥੇ ਜੀਓ ਦਾ ਅਰਥ ਹੈ ਸਤਿਕਾਰਵਾਚਕ ਹਰ ਜੀ ਪਰਮਾਤਮਾ। ਇੱਥੇ ਜੀਓ ਦਾ ਅਰਥ ਕਰਾਂਗੇ ਜਿੰਦ, ਉਹ ਅੰਦਰ ਜੀਵ ਤੱਤ ਮੌਜੂਦ ਰਹਿਣ ਵਾਲਾ। ਕਹਿ ਲਗੇ ਪਾਣੀ ਦੇ ਵਿੱਚ ਜੀਵ ਤੱਤ ਮੌਜੂਦ ਹੈ, ਉਹ ਸਾਨੂੰ એનર્ਜੀ ਦਿੰਦਾ, ਜੀਵਨ ਪ੍ਰਦਾਨ ਕਰਦਾ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਜਿਸ ਪਾਣੀ ਤੋਂ ਸਾਰੇ ਪੇੜ ਪੌਦੇ ਹਰੇ ਹੁੰਦੇ ਨੇ, ਮਨੁੱਖ ਜੀਂਦਾ ਤੇ ਪਾਣੀ ਕਰਕੇ ਜੀਂਦਾ ਹੈ। ਯਾਦ ਰੱਖਿਓ ਜੇ ਅਸੀਂ ਕੁਝ ਗ੍ਰਹਿਣ ਕਰਦੇ ਹਾਂ ਉਹ ਵੀ ਜਿਹੜਾ ਹੈ ਉਹਦੇ ਵਿੱਚ ਵੀ ਸੂਤਕ ਹੈ, ਜੇ ਕੁਝ ਛੱਡਿਆ ਜਾਂਦਾ ਉਹਦੇ ਵਿੱਚ ਵੀ ਪਾਤਕ ਹੈ। ਕੁਝ ਲੋਕ ਇਹੋ ਜਿਹੇ ਤੁਹਾਨੂੰ ਫਿਰ ਕੇ ਮਿਲਣਗੇ, ਖਾਸ ਕਰਕੇ ਜਿਵੇਂ ਜੈਨੀ ਹੋ ਗਏ, ਉਹ ਪਾਣੀ ਪੁਣ ਕੇ ਪੀਂਦੇ ਨੇ। ਕਹਿੰਦੇ ਜੀਵ ਅੰਦਰ ਨਾ ਚਲੇ ਜਾਏ। ਕੋਈ ਪੁਣੇ ਹੋਏ ਪਾਣੀ ਦੇ ਵਿੱਚ ਕੋਈ ਕੀੜੀ ਪੈ ਜਾਵੇ, ਕੋਈ ਕਾਂਟਾ ਪੈ ਜਾਵੇ, ਕੋਈ ਸੁੰਡੀ ਪੈ ਜਾਵੇ, ਉਹ ਨਿਕਲ ਸਕਦਾ ਹੈ, ਪਰ ਜਿਹੜੇ ਅੰਦਰ ਉਹਦਾ ਜੀਵ ਤੱਤ ਮੌਜੂਦ ਹੈ ਉਹ ਕਿੱਦਾਂ ਕੱਢੋਗੇ? ਉਹ ਤੇ ਪੁਣ ਕੇ ਤੇ ਨਹੀਂ ਨਾ ਨਿਕਲਣਾ। ਉਸ ਤੋਂ ਬਾਅਦ ਯਾਦ ਰੱਖਿਓ ਪਾਣੀ ਤੋਂ ਬਿਨਾਂ ਜੀਵਨ ਨਹੀਂ। ਉਹ ਮੂੰਹ ਦੇ ਉੱਤੇ ਟਾਕੀ ਰੱਖਦੇ ਨੇ, ਹਵਾ ਪੁਣ ਕੇ ਅੰਦਰ ਜਾਵੇ। ਯਾਦ ਰੱਖਿਓ ਜਦੋਂ ਸਵਾਸ ਵੀ ਤਾਂ ਜੀਵਨ ਮਰਨੀ ਹੈ ਨਾ। ਸਵਾਸ ਅੰਦਰ ਜਾਂਦਾ ਸਾਨੂੰ ਜੀਵਨ ਮਿਲਦਾ ਹੈ, ਬਾਹਰ ਆਉਂਦਾ ਤੇ ਉਹ ਮੌਤ ਹੋ ਜਾਂਦੀ ਹੈ। ਜਦੋਂ ਸਾਰੇ ਸਵਾਸ ਖਤਮ ਹੋ ਜਾਂਦੇ ਨੇ ਮਨੁੱਖ ਚੜ੍ਹਾਈ ਕਰ ਜਾਂਦਾ। ਸਤਿਗੁਰੂ ਕਹਿੰਦੇ ਕਿੱਥੇ ਕਿੱਥੇ ਜਾ ਕੇ ਤੂੰ ਸੂਤਕ ਤੋਂ ਬਚੇਗਾ, ਕਿੱਥੇ ਕਿੱਥੇ ਪਾਤਕ ਤੋਂ ਬਚੇਗਾ। ਤੇਰੇ ਅੰਦਰ ਪਾਣੀ ਦਾ ਘੁੱਟ ਜਾਂਦਾ ਹੈ। ਜੇ ਤੂੰ ਪਾਣੀ ਨਾ ਪੀਵੇਂ ਤੇ ਤਾਂ ਵੀ ਇੱਕ ਘੜੀ ਨਹੀਂ ਕੱਢ ਸਕਦਾ। ਤੂੰ ਪ੍ਰਸ਼ਾਦਾ ਨਾ ਛਕੇ ਤਾਂ ਵੀ ਨਹੀਂ ਕੁਝ ਸਮਾਂ ਕੱਢ ਸਕਦਾ। ਇਹ ਤੋਂ ਤੁਸੀਂ ਨੇੜੇ ਆ ਜਾਓ ਤੇ ਤੁਸੀਂ ਸਾਹ ਹੀ ਨਾ ਲਾਓ ਤੇ ਬੰਦਾ ਤੇ ਉਸੇ ਵੇਲੇ ਖਤਮ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਤੇਰੇ ਅੰਦਰ ਹੀ ਸੂਤਕ ਪਾਤਕ ਮੌਜੂਦ ਹੈ। ਪਹਿਲਾਂ ਪਾਣੀ ਜੀਓ ਹੈ। ਸਭ ਤੋਂ ਪਹਿਲਾਂ ਪਾਣੀ ਜੀਵ ਤੱਤ ਮੌਜੂਦ ਹੈ। ਜਿਤ ਹਰਿਆ ਸਭ ਕੋਏ, ਜਿਹਦੇ ਤੋਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਜੀਵਨ ਪ੍ਰਦਾਨ ਹੋ ਰਿਹਾ, ਉਹਨਾਂ ਦਾ ਜੀਵਨ ਜਿਹੜਾ ਨਿਰੰਤਰ ਚੱਲ ਰਿਹਾ। ਅੱਗੇ ਸਤਿਗੁਰੂ ਕਹਿ ਲਗੇ ਸੂਤਕ ਕਿਉਂ ਕਰ ਰੱਖੀ ਹੈ। ਕਿਉਂ ਦਾ ਅਰਥ ਕਰਾਂਗੇ ਕਿਵੇਂ, ਇਹ ਰੱਖੀ ਦਾ ਅਰਥ ਕਰਾਂਗੇ ਬਚਿਆ ਜਾ ਸਕਦਾ ਹੈ। ਸਤਿਗੁਰੂ ਕਹਿੰਦੇ ਮੈਨੂੰ ਦੱਸ ਸੂਤਕ ਤੋਂ ਕਿੱਦਾਂ ਬਚੇਗਾ? ਪਾਣੀ ਪੀਣਾ ਛੱਡੇਗਾ, ਰੋਟੀ ਖਾਣੀ ਛੱਡੇਗਾ, ਫਲ ਫਰੂਟ ਛੱਡੇਗਾ, ਸਾਹ ਲੈਣਾ ਛੱਡੇਗਾ, ਕੀ ਛੱਡੇਗਾ ਤੂੰ? ਕੋਈ ਚੀਜ਼ ਤੇ ਦੱਸੋ ਨਾ ਵੀ ਇਹਦੇ ਵਿੱਚ ਸੂਤਕ ਪਾਤਕ ਨਹੀਂ ਹੈਗਾ ਤੇ ਇਹਨੂੰ ਮੈਂ ਛੱਡ ਕੇ ਤੇ ਸੂਤਕ ਤੋਂ ਬਚ ਜਾਵਾਂਗਾ। ਸਤਿਗੁਰੂ ਕਹਿਣਗੇ ਸੂਤਕ ਕਿਉਂ ਕਰ ਰੱਖੀ ਹੈ। ਸੂਤਕ ਪਵੈ ਰਸੋਏ, ਤੇਰੀ ਰਸੋਈ ਦੇ ਵਿੱਚ ਕਣ ਕਣ ਜਰੇ ਜਰੇ ਦੇ ਵਿੱਚ ਉਹ ਸੂਤਕ ਦੇ ਪਾਤਕ ਮੌਜੂਦ ਹੈ। ਸਤਿਗੁਰੂ ਕਹਿ ਲਗੇ ਪੜਿਆ ਇਹਨਾਂ ਵਹਿਮਾਂ ਦੇ ਵਿੱਚੋਂ ਨਿਕਲ ਨਾਨਕ ਸੂਤਕ ਏਵ ਨਾ ਉਤਰੈ। ਕਹਿੰਦੇ ਜਿਹੜੇ ਤੂੰ ਤਰੀਕੇ ਅਪਣਾਉਣਾ ਹੈ ਨਾ ਕਿ ਲਿਆ ਕੇ ਘਰ 'ਚ ਸੁੱਚਿਆ ਕਰ ਦਿੱਤਾ, ਬੀਬੀ ਨੂੰ ਮੰਤਰ ਪੜ੍ਹ ਕੇ ਜਲ ਛਕਾ ਦਿੱਤਾ, ਪ੍ਰਸ਼ਾਦਾ ਪਾਣੀ ਛਕ ਲਿਆ ਵਗੈਰਾ ਵਗੈਰਾ, ਕਹਿੰਦੇ ਇੱਦਾਂ ਸੂਤਕ ਨਹੀਂ ਉਤਰਨਾ। ਕਿੱਦਾਂ ਉਤਰੇਗਾ ਜੀ? ਗਿਆਨ ਉਤਾਰੇ ਧੋਏ। ਕਹਿੰਦੇ ਸੂਤਕ ਹੈ ਹੀ ਗਿਆਨ ਦਾ ਪ੍ਰਤੀਕ। ਜਿੱਥੇ ਗਿਆਨ ਆ ਗਿਆ ਉੱਥੇ ਸੂਤਕ ਨਹੀਂ ਰਹੇਗਾ। ਇਹਨੂੰ ਸੂਤਕ ਨੂੰ ਪਰਮਾਤਮਾ ਦਾ ਗਿਆਨ, ਰੂਹਾਨੀ ਗਿਆਨ ਜਿਹੜਾ ਧੋ ਕੇ ਖਤਮ ਕਰ ਦੇਵੇਗਾ ਕਿ ਸੂਤਕ ਹੈ ਕਿ ਇਹ ਸੂਤਕ ਕਿਵੇਂ ਗਿਆਨ ਸੂਤਕ ਨੂੰ ਉਤਾਰਦਾ ਹੈ। ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ ਕਿ ਮਨ ਕਾ ਸੂਤਕ ਲੋਭ ਹੈ। ਦੇਖੋ ਬਾਣੀ ਨੇ ਸਾਨੂੰ ਦੱਸਿਆ ਸੂਤਕ ਹੈ। ਮੈਂ ਸਮਾਪਤੀ ਕਰਾਂ, ਇਹ ਸਾਡਾ ਜਿਹੜਾ ਹੈ ਨਾ ਸ਼ਬਦ ਵੀ ਆਪਣੇ ਨੇ, ਸਾਡੀ ਵਿਆਕਰਨ ਵੀ ਆਪਣੀ ਹੈ, ਸਾਡੀ ਪਰਿਭਾਸ਼ਾ ਵੀ ਆਪਣੀ ਹੈ। ਜਿਵੇਂ ਗਿਆਨੀ ਦੀ ਪਰਿਭਾਸ਼ਾ ਆਪਣੀ ਹੈ, ਸਾਡੀ ਬ੍ਰਹਮ ਗਿਆਨੀ ਦੀ ਭਾਸ਼ਾ ਸਾਡੀ ਆਪਣੀ ਹੈ, ਸਾਧੂ ਦੀ ਪਰਿਭਾਸ਼ਾ ਸਾਡੀ ਆਪਣੀ ਹੈ, ਸੰਤ ਦੀ ਪਰਿਭਾਸ਼ਾ ਸਾਡੀ ਆਪਣੀ ਹੈ। ਪਿੱਛੇ ਵੀ ਕਈ ਤਰ੍ਹਾਂ ਇੱਦਾਂ ਦੇ ਸ਼ਬਦ ਆਏ ਸਨ। ਇਹ ਜਨੇਊ ਆਇਆ ਸੀ, ਜਨੇਊ ਦੀ ਪਰਿਭਾਸ਼ਾ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਦੇ ਦਿੱਤੀ। ਦਇਆ ਕਪਾਹ ਸੰਤੋਖ ਸੂਤ, ਮੈਨੂੰ ਜਨੇਊ ਦੇ ਦੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੇ ਸੂਤਕ ਦੱਸਣਗੇ ਉਹਦੀ ਵੀ ਪਰਿਭਾਸ਼ਾ ਸਾਡੀ ਆਪਣੀ ਹੈ। ਗੁਰੂ ਸਾਹਿਬ ਸੂਤਕ ਕਿਹਨੂੰ ਮੰਨਦੇ ਨੇ ਇਹ ਆਪਾਂ ਕੱਲ੍ਹ ਨੂੰ ਵਾਚਾਂਗੇ। ਇੱਥੇ ਸਤਿਗੁਰੂ ਮੈਂ ਸਮਾਪਤੀ ਕਰਾਂ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਨਾਨਕ ਸੂਤਕ ਏਵ ਨਾ ਉਤਰੈ। ਕਹਿੰਦੇ ਨਾ ਤੇਰਾ ਇਹ ਲਾਇਆ ਹੋਇਆ ਸੂਤਕ ਕਿਸੇ ਨੂੰ ਲੱਗਦਾ ਹੈ, ਨਾ ਤੇਰੇ ਇੱਦਾਂ ਉਤਾਰਨ ਦੇ ਨਾਲ ਉਤਰਨਾ, ਨਾ ਲੱਗ ਹੀ ਸਕਦਾ। ਜੇ ਲੱਗੇਗਾ ਨਾ ਤੇ ਉਤਰੇਗਾ ਕਿੱਥੋਂ? ਜੇ ਲੱਗਣ ਤਾਂ ਤੂੰ ਮੰਨਦਾ ਹੈ ਤੇ ਤੇਰੇ ਘਰ ਦੇ ਵਿੱਚ ਕਣ ਕਣ ਜਰੇ ਜਰੇ ਦੇ ਵਿੱਚ ਪੈਰ ਪੈਰ ਤੇ ਸੂਤਕ ਹੋ ਰਿਹਾ ਹੈ। ਇੱਦਾਂ ਸੂਤਕ ਲੱਗਦਾ ਨਹੀਂ, ਨਾ ਲੱਥਣਾ। ਨਾਨਕ ਇਹ ਸੂਤਕ ਏਵ ਨਾ ਉਤਰੈ। ਕਿਵੇਂ ਉਤਰੇਗਾ? ਗਿਆਨ ਉਤਾਰੇ ਧੋਏ, ਉਹਨੂੰ ਰੂਹਾਨੀ ਤਾਂ ਗਿਆਨ ਹੀ ਧੋਵੇਗਾ। ਇਹ ਤੋਂ ਅਗਲੀ ਵਿਚਾਰ ਕੱਲ੍ਹ ਨੂੰ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਸੂਤਕ ਕਿਉਂ ਕਰ ਰੱਖੀਐ, ਸੂਤਕ ਪਵੈ ਰਸੋਏ। ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੇ ਧੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।